ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਅੱਜ ਸਤਿਗੁਰਾਂ ਨੇ ਆਪਾਂ ਨੂੰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਰੋਜ਼ ਇਹ ਵਿਚਾਰ ਕਰਦੇ ਹਾਂ। ਅੱਜ ਜੋ ਸਤਿਗੁਰਾਂ ਨੇ ਆਪਾਂ ਨੂੰ ਉਪਦੇਸ਼ ਕੀਤਾ ਹੈ, ਮਹਾਰਾਜ ਫਰਮਾਉਂਦੇ ਨੇ, ਸੋਰਠ ਮਹੱਲਾ ਤੀਜਾ, ਘਰ ਪਹਿਲਾ, ਤੈਤੁਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਪਾਤਸ਼ਾਹ, ਉਹਨਾਂ ਦੇ ਮੁਖ ਦੇ ਵਿੱਚੋਂ ਉਚਾਰਨ ਕੀਤੀ ਹੋਈ ਬਾਣੀ। ਮਹਾਰਾਜ ਦੱਸਦੇ ਵੀ ਪਰਮਾਤਮਾ ਅਕਾਲ ਪੁਰਖ ਇੱਕ ਹੈ ਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਸਾਨੂੰ ਉਸ ਇੱਕ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਅੱਗੇ ਆਪਾਂ ਨੂੰ ਉਪਦੇਸ਼ ਕਰ ਰਹੇ ਨੇ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਵਾਹਿਗੁਰੂ, ਉਹ ਸਦਾ ਹੀ ਆਪਦੇ ਭਗਤਾਂ ਦੀ ਇੱਜ਼ਤ ਪੱਤ ਰੱਖਦਾ ਹੈ, ਧੁਰ ਤੋਂ ਹੀ। ਜਿੰਨੇ ਵੀ ਯੁੱਗਾਂ ਦੇ ਵਿੱਚ ਭਗਤ ਜਨ ਪੈਦਾ ਹੋਏ, ਮਾਲਕ ਸਮੇਂ ਸਮੇਂ ਮੁਤਾਬਕ ਉਹਨਾਂ ਦੀ ਰੱਖਿਆ ਤੇ ਵੀ ਆਏ। ਜਿਵੇਂ ਆਪਾਂ ਭਗਤਾਂ ਦਾ ਜੀਵਨ ਦੇਖਦੇ ਹਾਂ ਕਿ ਕਿਵੇਂ ਭਗਤਾਂ ਦੀ ਮਾਲਕ ਨੇ ਆ ਕੇ ਰੱਖਿਆ ਕੀਤੀ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ। ਇਸੇ ਤਰ੍ਹਾਂ ਹੀ ਇੱਥੇ ਸਤਿਗੁਰੂ ਭਗਤ ਪ੍ਰਹਿਲਾਦ ਜੀ ਦਾ ਜ਼ਿਕਰ ਕਰਦੇ ਨੇ ਕਿ ਭਗਤ ਪ੍ਰਹਿਲਾਦ ਦੀ ਰੱਖਿਆ ਵਾਸਤੇ ਮਾਲਕ ਆਪ ਆਏ ਤੇ ਜੋ ਹਰਨਾਕਸ਼ ਸੀ ਉਸ ਨੂੰ ਮਾਰ ਮੁਕਾਇਆ। ਤੇ ਮਹਾਰਾਜ ਦੱਸਦੇ ਵੀ ਧੁਰ ਤੋਂ ਹੀ ਮਾਲਕ ਆਪਦੇ ਭਗਤਾਂ ਦੀ, ਸੇਵਕਾਂ ਦੀ ਪੈਜ ਰੱਖਦਾ ਹੈ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਸੋ ਇੱਥੇ ਵੀ ਸਤਿਗੁਰੂ ਆਪਾਂ ਨੂੰ ਇਹ ਸਮਝਾਉਣਾ ਕਰਦੇ ਵੀ ਸਦਾ ਹੀ ਮਾਲਕ ਆਪਦੇ ਸੇਵਕਾਂ ਦੀ, ਆਪਦੇ ਭਗਤਾਂ ਦੀ ਉਹ ਇੱਜ਼ਤ ਪੱਤ ਰੱਖਦਾ ਹੈ। ਪ੍ਰਹਿਲਾਦ ਜਨ ਤੁਧ ਰਾਖ ਲਏ, ਹਰ ਜੀਓ ਹਰਨਾਕਸ਼ ਮਾਰ ਪਹੁੰਚਾਇਆ। ਜਦੋਂ ਕੋਸ਼ਿਸ਼ ਕੀਤੀ ਹਰਨਾਕਸ਼ ਨੇ ਪ੍ਰਹਿਲਾਦ ਭਗਤ ਨੂੰ ਯਤਨ ਕੀਤਾ ਮਾਰ ਮੁਕਾਉਣ ਦਾ, ਕਿਉਂਕਿ ਛੋਟੇ ਬੱਚੇ ਸੀ ਤੇ ਉਹਨਾਂ ਨੂੰ ਡਰਾਇਆ ਗਿਆ, ਕਾਲ ਕੋਠੜੀ 'ਚ ਜਿਵੇਂ ਬੰਦ ਕੀਤਾ ਗਿਆ। ਫਿਰ ਹੋਰ ਵੀ ਉਹਨਾਂ ਨੂੰ ਧਮਕਾਇਆ ਗਿਆ, ਪਰ ਜਿਨ੍ਹਾਂ ਦੇ ਅੰਦਰ ਸੱਚ ਤੇ ਨਾਮ ਵਸ ਜਾਂਦਾ ਹੈ ਉਹ ਨਿਰਭਉ ਹੋ ਜਾਂਦੇ। ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਭੈ, ਕੋਈ ਡਰ ਰਹਿੰਦਾ ਨਹੀਂ ਹੈ। ਮਹਾਰਾਜ ਫਰਮਾਉਂਦੇ, ਨਿਰਭਉ ਜਪੈ ਸਗਲ ਭਉ ਮਿਟੈ। ਉਹਨਾਂ ਨੇ ਨਿਰਭਉ ਨੂੰ ਜਪਿਆ, ਮਾਲਕ ਦੇ ਨਾਲ ਲਿਵ ਜੋੜੀ, ਤੇ ਉਹਨਾਂ ਨੂੰ ਕਿੰਨਾ ਵੀ ਧਮਕਾਇਆ ਗਿਆ ਪਰ ਨਹੀਂ ਡਰੇ। ਅਖੀਰ ਨੂੰ ਜਦੋਂ ਉਹਨਾਂ ਨੂੰ ਫਿਰ ਸਜ਼ਾ ਦੇਣ ਲੱਗੇ ਤੇ ਮਾਲਕ ਆਪ ਨਰਸਿੰਘ ਦਾ ਰੂਪ ਧਾਰਨ ਕਰਕੇ ਫਿਰ ਆਏ ਨੇ। ਕਿਉਂਕਿ ਜੋ ਹਰਨਾਕਸ਼ ਸੀ ਉਹਨੇ ਵੀ ਭਗਤੀ ਬੜੀ ਕੀਤੀ ਸੀ। ਭਗਤੀ ਤਾਂ ਕੀਤੀ ਪਰ ਪੂਰਨ ਗੁਰੂ ਨਾ ਮਿਲਿਆ। ਜਦੋਂ ਸਾਨੂੰ ਪੂਰਨ ਗੁਰੂ ਨਾ ਮਿਲੇ, ਜੀਵ ਭਗਤੀ ਕਰਦਾ ਹੈ, ਭਗਤੀ ਕਰਨ ਦੇ ਨਾਲ ਸ਼ਕਤੀ ਵੀ ਮਿਲਦੀ ਹੈ।
ਪਰ ਉਸ ਸ਼ਕਤੀ ਨੂੰ ਫਿਰ ਉਹ ਤ੍ਰੈ ਗੁਣਾਂ ਦੇ ਵਿੱਚ ਗਲਤ ਤਰੀਕੇ ਨਾਲ ਉਸ ਦਾ ਇਸਤੇਮਾਲ ਕਰਦਾ ਹੈ। ਜਿਵੇਂ ਉਹਨਾਂ ਨੇ ਵਰ ਲੈ ਲਏ, ਜਦੋਂ ਭਗਤੀ ਕੀਤੀ ਵਰ ਲੈ ਲਏ ਵੀ ਮੈਂ ਨਾ ਦਿਨੇ ਮਰਾਂ ਨਾ ਰਾਤ, ਨਾ ਉੱਪਰ ਨਾ ਥੱਲੇ, ਜਾਣੀ ਕਿ ਜਿਹੜੀ ਚੀਜ਼ ਤੋਂ ਉਹਨਾਂ ਨੂੰ ਸੀ ਵੀ ਖਤਰਾ, ਉਹਨਾਂ ਨੇ ਉਹ ਵਰ ਲੈ ਲਏ। ਅਤੇ ਫਿਰ ਉਹਨਾਂ ਦੇ ਅੰਦਰ ਹਉਮੈ ਆ ਗਈ। ਨਾਮ ਤੋਂ ਬਿਨਾਂ ਇਹ ਸਾਡੇ ਅੰਦਰੋਂ ਹਉਮੈ ਹੰਕਾਰ ਹੈ ਜਿਹੜਾ ਜਾਂਦਾ ਨਹੀਂ ਹੈ। ਅਤੇ ਹਉਮੈ ਆਉਣ ਕਰਕੇ ਫਿਰ ਉਹਨਾਂ ਨੇ ਆਪਦਾ ਨਾਂ ਜਪਾਉਣਾ ਸ਼ੁਰੂ ਕਰ ਦਿੱਤਾ ਵੀ ਮੇਰਾ ਜਪੋ, ਹਲੇ ਹਰਨਾਕਸ਼ ਜਲੇ ਹਰਨਾਕਸ਼, ਵੀ ਹਰ ਥਾਂ 'ਤੇ ਹਰਨਾਕਸ਼ੀ ਹੈ। ਪਰ ਮਾਲਕ ਦੀ ਲੀਲਾ ਵੀ ਉਹਨਾਂ ਦੇ ਘਰ ਹੀ ਭਗਤ ਪ੍ਰਹਿਲਾਦ ਜੀ ਨੂੰ ਭੇਜ ਦਿੱਤਾ। ਹੁਣ ਉਹ ਸਾਰਿਆਂ ਨੂੰ ਆਪਦਾ ਨਾਮ ਜਪਾਉਂਦੇ ਅਤੇ ਭਗਤ ਪ੍ਰਹਿਲਾਦ ਜੀ ਰਾਮ ਰਾਮ ਜਪਦੇ ਨੇ, ਮਾਲਕ ਦਾ ਨਾਂ ਜਪਦੇ ਨੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਗੁਰਬਾਣੀ 'ਚ ਵੀ ਸਮਝਾਇਆ ਵੀ ਜਿਸ ਤਰ੍ਹਾਂ ਧਰੂ ਪ੍ਰਹਿਲਾਦ ਉਹਨਾਂ ਨੇ ਸਿਮਰਨ ਕੀਤਾ, ਜਪਿਆ, ਇਸੇ ਤਰ੍ਹਾਂ ਤੁਸੀਂ ਵੀ ਜਪੋ। ਮਹਾਰਾਜ ਫਰਮਾਉਂਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਸ ਤਰ੍ਹਾਂ ਉਹਨਾਂ ਨੇ ਜਪਿਆ, ਜਪ ਕੇ ਆਪਣੇ ਹਿਰਦੇ 'ਚ ਵਸਾ ਲਿਆ, ਇਸੇ ਤਰ੍ਹਾਂ ਹੀ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਵੀ ਜਪਾਂਗੇ ਸਾਡੇ ਵੀ ਹਿਰਦੇ 'ਚ ਵਸ ਜੇਗਾ ਅਤੇ ਆਪਾਂ ਵੀ ਮਾਲਕ ਦੇ ਭਗਤ ਬਣ ਜਾਂਗੇ ਅਤੇ ਭਗਤਾਂ ਦੀ ਸਦਾ ਉਹ ਰੱਖਦਾ ਹੈ। ਸੋ ਐਸੀ ਅਵਸਥਾ ਦੇ ਵਿੱਚ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੇ ਤਾਂ ਭਗਤ ਗੁਰਮੁਖ ਉਹਨਾਂ ਨੂੰ ਤਾਂ ਮਾਲਕ ਦੇ ਪ੍ਰਤੀਤ ਹੈ, ਭਰੋਸਾ ਹੈ, ਪਰ ਜੋ ਮਨਮੁਖ ਨੇ ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦੀ, ਉਹਨਾਂ ਨੂੰ ਭਰੋਸਾ ਨਹੀਂ ਆਉਂਦਾ ਹੈ ਪਰਮਾਤਮਾ ਦੇ ਉੱਤੇ। ਇਸੇ ਕਰਕੇ ਹੀ ਫਿਰ ਨਾ ਉਹਨਾਂ ਨੂੰ ਭਰੋਸਾ ਹੋਣ ਕਰਕੇ, ਨਾ ਪ੍ਰਤੀਤ ਹੋਣ ਕਰਕੇ ਹੀ ਉਹ ਫਿਰ ਦੁਖੀ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਅੱਗੇ ਸਮਝਾਉਂਦੇ ਨੇ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਪਰਮਾਤਮਾ ਤੇ ਸੱਚ ਤੇ ਆਪਣੇ ਮਾਤਾ ਪਿਤਾ ਤੇ, ਪਰ ਮਨਮੁਖ ਨੂੰ ਪ੍ਰਤੀਤ ਨਹੀਂ, ਉਹ ਭਰਮ ਦੇ ਵਿੱਚ ਭੁੱਲਾ ਹੋਇਆ ਹੈ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨਾਈ ਰਹਾਉ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਵੀ ਇਹ ਮਾਲਕ ਦੀ, ਪਰਮਾਤਮਾ ਦੀ ਵਡਿਆਈ ਹੈ, ਉਹ ਭਗਤਾਂ ਦੀ ਸਦਾ ਹੀ ਇੱਜ਼ਤ ਪੱਤ ਰੱਖਦਾ ਹੈ। ਭਗਤ ਵੀ ਮਾਲਕ ਦੀ ਸ਼ਰਨ ਦੇ ਵਿੱਚ ਰਹਿੰਦੇ, ਉਸ ਦੀ ਸ਼ਰਨ ਦੇ ਵਿੱਚ ਪਿਆ ਹੋਇਆਂ ਫਿਰ ਉਸ ਨੂੰ ਸਾਡੀ ਇੱਜ਼ਤ ਪੱਤ ਜਿਹੜੀ ਉਹ ਰੱਖਣੀ ਹੀ ਪੈਂਦੀ ਹੈ। ਤਾਂਹੀਓ ਮਹਾਰਾਜ ਦੱਸਦੇ, ਕਹਿੰਦੇ ਵੀ ਸੰਸਾਰ ਦੇ ਵਿੱਚ ਕਿੰਨੀ ਵੀ ਸਾਡੇ ਉੱਤੇ ਮੁਸੀਬਤ ਆ ਜੇ, ਕਿੰਨਾ ਵੀ ਬੁਰਾ ਸਮਾਂ ਆ ਜੇ, ਜੇ ਸਾਹਸੀ ਮਾਲਕ ਨੂੰ ਚੇਤੇ ਕਰੀਏ ਤੇ ਫਿਰ ਉਹ ਸਾਨੂੰ ਤੱਤੀ ਬਾਹ ਨਹੀਂ ਲੱਗਣ ਦਿੰਦਾ। ਮਹਾਰਾਜ ਦੱਸਦੇ, ਜਾ ਕੋ ਮੁਸ਼ਕਿਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣ ਸਾਕ ਵੀ ਭੱਜ ਖਲੇ। ਵੀ ਜੇ ਇਸ ਤਰ੍ਹਾਂ ਦਾ ਵੀ ਸਾਡੇ ਉੱਤੇ ਸਮਾਂ ਆ ਜੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀ ਬਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਆਸਰੇ ਸਾਡੇ ਮੁੱਕ ਜਾਣ, ਸਾਨੂੰ ਕੋਈ ਕਿਤੇ ਢੋਈ ਨਾ ਦੇਵੇ, ਸਾਡੇ ਸਾਕ ਸੰਬੰਧੀ ਸਭ ਸਾਡਾ ਸਾਥ ਛੱਡ ਜਾਣ, ਅਤੇ ਫਿਰ ਵੀ ਜੇ ਸਾਡੇ ਚਿੱਤ ਦੇ ਵਿੱਚ ਮਾਲਕ ਆਵੇ, ਜੇ ਅਸੀਂ ਉਹਨੂੰ ਯਾਦ ਕਰੀਏ, ਉਹ ਸਾਨੂੰ ਤੱਤੀ ਬਾਹ ਲੱਗਣ ਨਹੀਂ ਦਿੰਦਾ ਹੈ। ਇਸ ਕਰਕੇ ਫਿਰ ਇਹ ਭਗਤਾਂ ਨੂੰ, ਗੁਰਮੁਖਾਂ ਨੂੰ ਮਾਲਕ 'ਤੇ ਪ੍ਰਤੀਤ ਹੈ, ਭਰੋਸਾ ਹੈ। ਮਹਾਰਾਜ ਦੱਸਦੇ, ਭਗਤਾਂ ਨੂੰ ਜਮ ਜੋਹ ਨਾ ਸਕੇ, ਕਾਲ ਨਾ ਨੇੜੇ ਜਾਈ।
ਭਗਤਾਂ ਦੇ ਕੋਲ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਦਾ ਹੈ, ਜਿਹੜੇ ਨਾਮ ਦੇ ਨਾਲ ਜੁੜੇ ਨੇ, ਉਹਨਾਂ ਦੇ ਕਾਲ ਨੇੜੇ ਵੀ ਨਹੀਂ ਜਾਂਦਾ ਹੈ। ਅਤੇ ਜਿਹੜੇ ਜਮ ਨੇ, ਜਮਾਂ ਦਾ ਭੈ, ਮੌਤ ਦਾ ਭੈ ਉਹਨਾਂ ਨੂੰ ਸਤਾ ਨਹੀਂ ਸਕਦਾ, ਉਹਨਾਂ ਨੂੰ ਡਰਾ ਨਹੀਂ ਸਕਦਾ ਹੈ, ਕਿਉਂਕਿ ਉਹ ਨਿਰਭਉ ਨੂੰ ਜਪਦੇ। ਅਤੇ ਇਸ ਕਰਕੇ ਉਹਨਾਂ ਦੇ ਸਾਰੇ ਭੈ, ਜਮਾਂ ਦਾ ਭੈ, ਮੌਤ ਦਾ ਭੈ ਸਭ ਖਤਮ ਹੋ ਜਾਂਦੇ। ਤਾਂਹੀਓ ਮਹਾਰਾਜ ਦੱਸਦੇ ਵੀ ਭਗਤ ਜਨ, ਸੰਤ ਜਨ ਜਿਹੜੇ ਤੇਰੇ ਸੇਵਕ, ਉਹਨਾਂ ਦੀ ਇਹ ਅਵਸਥਾ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀਂ, ਜਮ ਨਹੀਂ ਆਵੇ ਨੇੜੇ। ਉਹਨਾਂ ਦੇ ਨਾ ਜਮ ਨੇੜੇ ਆਉਣ, ਨਾ ਕਾਲ ਸਤਾਵੇ। ਕਿਉਂ ਨਹੀਂ ਸਤਾਉਂਦਾ? ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਨਾਮ ਵਸਿਆ ਹੈ। ਮਹਾਰਾਜ ਦੱਸਦੇ, ਕੇਵਲ RAM ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਉਹਨਾਂ ਦੇ ਮਨ ਦੇ ਵਿੱਚ ਨਾਮ ਵਸ ਗਿਆ ਅਤੇ ਨਾਮ ਦੁਆਰਾ ਹੀ ਅਸੀਂ ਜੀਵਨ ਮੁਕਤ ਹੋ ਸਕਦੇ ਹਾਂ। ਨਾਮ ਤੋਂ ਬਿਨਾਂ ਸੰਸਾਰ ਦੇ ਵਿੱਚ ਕਿਸੇ ਵੀ ਹੋਰ ਅਸੀਂ ਕਰਮ ਦੇ ਨਾਲ ਜੀਵਨ ਮੁਕਤ ਹੋ ਨਹੀਂ ਸਕਦੇ। ਮਹਾਰਾਜ ਸਾਨੂੰ ਸਪਸ਼ਟ ਸਮਝਾਉਂਦੇ, ਬਿਨ ਨਾਮੇ ਮੁਕਤ ਨਾ ਪਾਵੇ ਕੋਈ, ਬਿਨ ਸਤਿਗੁਰ ਕੋ ਨਾਉ ਨਾ ਪਾਵੇ, ਪ੍ਰਭ ਐਸੀ ਬਣਤ ਬਣਾਈ ਹੈ। ਆਪਾਂ ਨੂੰ ਸਮਝਾਉਂਦੇ ਵੀ ਜੇ ਅਸੀਂ ਚਾਹੁੰਦੇ ਵੀ ਦੁਬਾਰਾ ਅਸੀਂ ਵਾਪਸ ਨਾ ਆਈਏ ਜੂਨਾਂ ਦੇ ਵਿੱਚ, ਫਿਰ ਸਾਨੂੰ ਨਾਮ ਦੇ ਨਾਲ ਜੁੜਨਾ ਪਏਗਾ। ਨਾਮ ਤੋਂ ਬਿਨਾਂ ਕਿਸੇ ਨੂੰ ਵੀ ਪਰਮ ਪਦਵੀ ਜੋ ਹੈ, ਕਿਸੇ ਦੀ ਗਤੀ ਨਹੀਂ ਹੁੰਦੀ ਹੈ। ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰਾ। ਭਗਤ ਕਬੀਰ ਜੀ ਕਹਿੰਦੇ ਵੀ ਨਾਮ ਤੋਂ ਬਿਨਾਂ ਕੋਈ ਜੀਵ ਮੁਕਤ ਹੁੰਦਾ ਨਹੀਂ ਹੈ। ਬਾਹਰੀ ਅਸੀਂ ਜਿੰਨਾ ਮਰਜ਼ੀ ਪਹਿਰਾਵਾ ਅੱਛਾ ਪਾ ਲਈਏ ਗੁਰਮੁਖਾਂ ਵਾਲਾ, ਬਾਹਰੀ ਲਿਬਾਸ ਗੁਰਮੁਖਾਂ ਵਾਲਾ ਪਾ ਲਈਏ, ਪਰ ਜੇ ਅਸੀਂ ਨਾਮ ਨੂੰ ਨਹੀਂ ਬੁੱਝਿਆ, ਨਾਮ ਦੇ ਨਾਲ ਅੰਦਰੋਂ ਨਹੀਂ ਜੁੜੇ, ਤੇ ਅਸੀਂ ਜੀਵਨ ਮੁਕਤ ਨਹੀਂ ਹੈ। ਤਾਈਓ ਸਾਨੂੰ ਗੁਰਮੁਖ ਇੱਕ ਹੀ ਸੰਬੋਧਨ ਕਰਦੇ, ਜਿਨ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮੇ ਆਵੇ ਜਾਈ। ਕਿ ਜੇ ਅਸੀਂ ਉੱਦਾਂ ਤਾਂ ਕਹਿੰਦੇ ਅਸੀਂ ਗੁਰਮੁਖ ਹਾਂ, ਸਾਡਾ ਗੁਰੂ ਜੋ ਹੈ ਉਹ ਸ਼ਬਦ ਹੈ, ਨਾਮ ਨੂੰ ਹੀ ਸ਼ਬਦ ਗੁਰੂ ਵੀ ਆਖਿਆ ਹੈ, ਪਰ ਅਸੀਂ ਜੇ ਸ਼ਬਦ ਗੁਰੂ ਨੂੰ ਸੁਣਿਆ ਨਹੀਂ, ਸ਼ਬਦ ਗੁਰੂ ਦਾ ਸਾਨੂੰ ਪਤਾ ਨਹੀਂ ਉਹ ਹੈ ਕਿੱਥੇ ਹੈ, ਫਿਰ ਸਾਨੂੰ ਕਹਿੰਦੇ ਵੀ ਇਹਨਾਂ ਨੇ ਆਪਦਾ ਜਿਹੜਾ ਜੀਵਨ ਸੀ ਉਹ ਨਾਮ ਤੋਂ ਬਿਨਾਂ, ਸ਼ਬਦ ਗੁਰੂ ਤੋਂ ਬਿਨਾਂ ਵਿਅਰਥ ਹੀ ਖਰਾਬ ਕਰ ਲਿਆ। ਮਹਾਰਾਜ ਫਰਮਾਉਂਦੇ, ਜਿਨ ਹਰ ਕਾ ਨਾਮ ਨ ਗੁਰਮੁਖ ਜਾਤਾ, ਸੇ ਜਗ ਮੇ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨਾ ਕੀਨੀ, ਵਿਰਥਾ ਜਨਮ ਗਵਾਇਆ। ਕਿ ਉਹਨਾਂ ਨੇ ਆਪਦਾ ਜਨਮ ਸੀ ਜਿਹੜਾ ਵਿਅਰਥ ਗਵਾ ਲਿਆ ਨਾਮ ਤੋਂ ਬਿਨਾਂ। ਜਿਹੜੇ ਗੁਰਮੁਖ ਨਾਮ ਦੇ ਨਾਲ ਜੁੜ ਗਏ, ਭਗਤ ਜਨ ਜੁੜ ਗਏ, ਉਹ ਮਾਲਕ ਦੀ ਸ਼ਰਨ 'ਚ ਰਹਿੰਦੇ, ਸ਼ਬਦ ਗੁਰੂ ਦੀ ਸ਼ਰਨ 'ਚ ਰਹਿੰਦੇ, ਫਿਰ ਉਹਨਾਂ ਦੇ ਪਿੱਛੇ ਜਿਹੜੀਆਂ ਰਿੱਧ ਸਿੱਧ ਇਹ ਵੀ ਉਹਨਾਂ ਦੇ ਚਰਨੀ ਲੱਗਦੀਆਂ, ਇਹ ਵੀ ਉਹਨਾਂ ਦੇ ਪਿੱਛੇ ਪਿੱਛੇ ਵੀ ਤਾਂ ਕਿ ਜੋ ਗੁਰਮੁਖ ਵਚਨ ਕਰਨ ਉਹਨਾਂ ਨੂੰ ਪੂਰੇ ਕਰੀਏ। ਮਹਾਰਾਜ ਦੱਸਦੇ, ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਗੁਰ ਕੇ ਸਹਿਜ ਸੁਭਾਈ। ਬਈ ਜਦੋਂ ਅਸੀਂ ਸ਼ਬਦ ਗੁਰੂ ਨਾਲ ਜੁੜ ਕੇ ਸਹਿਜ ਸੁਭਾਈ, ਫਿਰ ਇਹ ਜੋ ਰਿੱਧ ਸਿੱਧ ਹੈ ਮਾਇਆ, ਇਹ ਭਗਤਾਂ ਦੀ ਦਾਸੀ ਬਣ ਜਾਂਦੀ ਹੈ। ਮਹਾਰਾਜ ਕਹਿੰਦੇ, ਮਾਇਆ ਭਗਤਾਂ ਕੀ ਦਾਸੀ ਕਾਰ ਕਮਾਵੇ। ਸੋ ਇਹੀਓ ਫਿਰ ਜਿਹੜੇ ਪੰਜ ਦੂਤ ਪਹਿਲਾਂ ਸਾਡੇ ਮਨ ਨੂੰ ਸਤਾਉਂਦੇ, ਜਦੋਂ ਅਸੀਂ ਨਾਮ ਦੇ ਨਾਲ ਜੁੜ ਜਾਂਦੇ ਹਾਂ, ਫਿਰ ਇਹੀਓ ਰਿੱਧੀਆਂ ਸਿੱਧੀਆਂ ਬਣ ਕੇ ਫਿਰ ਦਰ ਦੇ ਉੱਤੇ ਖੜੇ ਹੋ ਜਾਂਦੇ ਵੀ ਜੋ ਗੁਰਮੁਖ ਹੁਕਮ ਕਰਨ ਉਹਨਾਂ ਨੂੰ ਮੰਨੀਏ। ਤਾਂਹੀਓ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਿਰ ਸਮਝਾਉਂਦੇ, 9 ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਰਿਹਾ ਵਸਾਈ। ਕਿ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਨਾਮ ਵਸ ਗਿਆ, 9 ਨਿਧੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ। ਸੋ ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਇੱਥੇ ਸੰਬੋਧਨ ਕਰਦੇ, ਭਗਤਾਂ ਦੇ ਚਰਨੀ ਲੱਗਦੀਆਂ
ਵੀ ਤਾਂ ਕਿ ਉਹ ਨਾਮ ਦੇ ਨਾਲ ਜੁੜੇ ਹੁੰਦੇ ਨੇ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ, ਮਨ ਮੁੱਖਾਂ ਨੂੰ ਪ੍ਰਤੀਤ ਨਾ ਆਵਈ ਅੰਤਰ ਲੋਭ ਸੁਭਾਉ। ਮਨ ਮੁੱਖਾਂ ਨੂੰ ਨਹੀਂ ਪ੍ਰਤੀਤ ਆਉਂਦੀ ਮਾਲਕ ਤੇ ਨਾਮ ਤੇ, ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਹੈ ਉਹ ਲੋਭ ਹੈ। ਹੁਣ ਇਹ ਜਿਹੜਾ ਲੋਭ ਹੈ ਇਸ ਨੂੰ ਗੁਰਬਾਣੀ 'ਚ ਕਹਿੰਦੇ ਸਵਾਨ, ਕੁੱਕੜ। ਜਿਨ੍ਹਾਂ ਦੇ ਮਨ ਨੂੰ ਇਹ ਲੋਭ ਸਵਾਨ ਕੁੱਤਾ ਲੱਗ ਜਾਂਦਾ ਹੈ, ਉਹਨਾਂ ਨੂੰ ਫਿਰ ਪ੍ਰਤੀਤ ਨਹੀਂ ਰਹਿੰਦੀ ਮਾਲਕ ਤੇ, ਉਹਨਾਂ ਨੂੰ ਭਰੋਸਾ ਨਹੀਂ ਆਉਂਦਾ, ਉਹਨਾਂ ਨੂੰ ਪਰਮਾਤਮਾ ਚੇਤੇ ਵੀ ਨਹੀਂ ਆਉਂਦਾ ਹੈ। ਮਹਾਰਾਜ ਫਰਮਾਉਂਦੇ, ਲੋਭ ਸਵਾਨ ਜਿਨ੍ਹਾਂ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ। ਕਿ ਜਿਨ੍ਹਾਂ ਦੇ ਮਨ ਨੂੰ ਇਹ ਸਵਾਨ ਲੱਗ ਗਿਆ ਉਹਨਾਂ ਨੂੰ ਮਾਲਕ ਭੁੱਲ ਜਾਂਦਾ, ਉਹਨਾਂ ਨੂੰ ਚੇਤੇ ਨਹੀਂ ਆਉਂਦਾ, ਉਹਨਾਂ ਨੂੰ ਫਿਰ ਪ੍ਰਤੀਤ ਨਹੀਂ ਆਉਂਦੀ ਹੈ। ਅੱਗੇ ਸਤਿਗੁਰੂ ਉਪਦੇਸ਼ ਕਰਦੇ, ਗੁਰਮੁਖ ਹਿਰਦੇ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਭਾਉ। ਜੋ ਮਨਮੁਖ ਜੀਵ ਨੇ ਉਹਨਾਂ ਦਾ ਮਨ ਨਹੀਂ ਭਿੱਜਦਾ, ਉਹ ਨਹੀਂ ਸ਼ਬਦ ਦੇ ਨਾਲ ਜੁੜਦੇ, ਉਹਨਾਂ ਦਾ ਨਾਮ ਦੇ ਨਾਲ ਕੋਈ ਪ੍ਰੇਮ ਨਹੀਂ ਹੈ, ਕੋਈ ਭਾਵ ਨਹੀਂ ਹੈ। ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਜਿਹੜਾ ਸਾਨੂੰ ਜੀਵਨ ਮਿਲਿਆ ਹੈ ਇਸ ਦਾ ਮਕਸਦ ਕੀ ਹੈ, ਕਾਹਦੇ ਵਾਸਤੇ ਮਿਲਿਆ ਹੈ। ਇਹ ਫਿਰ ਸਾਰਾ ਸਾਨੂੰ ਭੇਤ ਆਉਂਦਾ ਗੁਰੂ ਦੀ ਮੱਤ ਲੈ ਕੇ, ਸਤ ਸੰਗਤ ਕਰਕੇ, ਕਿ ਸਾਡੇ ਜੀਵਨ ਦਾ ਅਸਲ ਮਕਸਦ ਇਹੋ ਹੈ ਸੰਸਾਰ ਦੇ ਵਿੱਚ ਆਉਣ ਦਾ, ਕਿ ਹੁਣ ਅਸੀਂ ਸਿਮਰਨ ਕਰਕੇ ਨਾਮ ਸ਼ਬਦ ਗੁਰੂ ਦੇ ਨਾਲ ਜੁੜੀਏ, ਸੱਚ ਪਰਮਾਤਮਾ ਦੇ ਨਾਲ ਜੁੜੀਏ, ਤਾਂ ਕਿ ਸਾਡੇ ਹਿਰਦੇ ਵਿੱਚ ਪ੍ਰੇਮ ਜੋ ਹੈ ਉਹ ਪ੍ਰਗਟ ਹੋਵੇ। ਇਹ ਪ੍ਰੇਮਾ ਭਗਤੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਫਿਰ ਨਾਮ ਪ੍ਰਗਟ ਹੋ ਜਾਂਦਾ ਹੈ, ਸੱਚ ਪ੍ਰਗਟ ਹੋ ਜਾਂਦਾ ਹੈ, ਫਿਰ ਕਹਿੰਦੇ ਨੇ ਵੀ ਇਹ ਜਨ ਗੁਰਮੁਖ ਇਹ ਖਾਲਸੇ ਬਣ ਗਏ ਨੇ। ਮਹਾਰਾਜ ਫਰਮਾਉਂਦੇ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਨੀ। ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ ਉਹ ਖਾਲਸ ਹੋ ਗਏ, ਉਹਨਾਂ ਦੇ ਜਿਹੜੇ ਬਚਨ ਉਹ ਅੰਮ੍ਰਿਤਮਈ ਹੋ ਗਏ, ਉਹਨਾਂ ਦੀ ਦ੍ਰਿਸ਼ਟੀ ਅੰਮ੍ਰਿਤਮਈ ਹੋ ਗਈ। ਪਰ ਜੋ ਮਨਮੁਖ ਹੈ ਉਹ ਫਿਰ ਮਹਾਰਾਜ ਕਹਿੰਦੇ ਵੀ ਫਿੱਕਾ ਹੀ ਬੋਲਦਾ ਹੈ। ਉਹ ਸੰਸਾਰ ਦੇ ਵਿੱਚ ਜੋ ਵੀ ਕਰਦਾ ਉਹ ਫਿਰ ਇਹ ਮਾਇਆ ਦਾ ਜਿਹੜਾ ਝੂਠ ਹੈ, ਝੂਠ ਦੇ ਨਾਲ ਜੁੜਿਆ ਹੋਣ ਕਰਕੇ ਫਿਰ ਉਹਦਾ ਸਾਰਾ ਕੁਛ ਹੀ ਜਿਹੜਾ ਮਹਾਰਾਜ ਕਹਿੰਦੇ ਵੀ ਕੂੜ ਹੈ। ਸਮਝਾਉਂਦੇ ਆਪਾਂ ਨੂੰ, ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਅਲਾਓ। ਬਈ ਮਨਮੁਖ ਹੈ ਜਿਹੜਾ, ਉਹਦਾ ਇਹ ਜਿਹੜਾ ਕੂੜ ਉਹਨੇ ਖਾਂਦਾ, ਉਹ ਕੂੜ ਹੀ ਬੋਲਦਾ, ਕੂੜ ਹੀ ਪਹਿਨਦਾ, ਕਿਉਂਕਿ ਉਹਦਾ ਦੇਖਣਾ ਵੀ ਕੂੜ, ਉਹਦਾ ਸੁਣਨਾ ਵੀ ਕੂੜ, ਉਹਦਾ ਬੋਲਣਾ ਵੀ ਕੂੜ ਤੇ ਉਹਦਾ ਪਹਿਨਣਾ ਵੀ ਕੂੜ। ਇਸ ਵਾਸਤੇ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਸਭ ਕੁਝ ਕੂੜੇ ਕੂੜੀ ਹੈ। ਫਰਮਾਉਂਦੇ ਨੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਜੇ ਅਸੀਂ ਨਾਮ ਦੇ ਨਾਲ ਨਹੀਂ ਜੁੜੇ ਤੇ ਕੂੜ ਦੇ ਨਾਲ ਜੁੜੇ। ਇਸ ਕਰਕੇ ਫਿਰ ਸਤਿਗੁਰੂ ਦੱਸਦੇ ਬਈ ਇਹ ਸੰਸਾਰ ਦੇ ਵਿੱਚ ਨਾਮ ਤੋਂ ਬਿਨਾਂ ਕਿਵੇਂ ਸਾਰਾ ਕੁਝ ਕੂੜ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾਲੀ, ਕੂੜ ਬੈਸਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਪਾਰ। ਸੋ ਸਾਰਾ ਕੁਝ ਫਿਰ ਮਹਾਰਾਜ ਦੱਸਦੇ ਇਹ ਕੂੜ ਹੀ ਕੂੜ ਹੈ। ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕਿਸ ਨਾਲ ਕੀਜੇ ਦੋਸਤੀ, ਸਭ ਜਗ ਚੱਲਣਹਾਰ। ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਸਭ ਕੂੜਾ ਕੂੜ ਹੈ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ, ਨਾਨਕ ਬਖਾਣੇ ਬੇਨਤੀ ਤੁਧ ਵਾਜ ਸਭ ਕੂੜੋ ਕੂੜ। ਤੇਰੇ ਵਾਜੋਂ ਨਾਮ ਤੋਂ ਬਿਨਾਂ ਇਹ ਸਭ ਕੂੜ ਹੀ ਕੂੜ ਹੈ। ਸੋ ਅੱਗੇ ਮਹਾਰਾਜ ਸਤਿਗੁਰੂ ਫਿਰ ਆਪਾਂ ਨੂੰ ਸਮਝਾਉਂਦੇ
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ। ਭਗਤਾਂ ਦੇ ਵਿੱਚ ਮਾਲਕ ਆਪ ਵਸਦਾ ਹੈ, ਆਪ ਵਰਤਦਾ ਹੈ। ਭਗਤਾਂ ਦੀ ਦ੍ਰਿਸ਼ਟੀ ਦਾ ਆਪ ਇਸਤੇਮਾਲ ਕਰਦਾ, ਭਗਤਾਂ ਦੀ ਰਸਨਾ ਦਾ ਆਪ ਇਸਤੇਮਾਲ ਕਰਦਾ, ਆਪ ਬੋਲਦੇ। ਜਦੋਂ ਸਾਡਾ ਮਨ ਘਰ ਬੈਠ ਜਾਂਦਾ ਹੈ, ਫਿਰ ਘਰ ਨਿਜ ਮਹਿਲ ਦੇ ਵਿੱਚ, ਸੁੰਨ ਸਮਾਧੀ ਵਿੱਚ, ਉਦੋਂ ਫਿਰ ਇਸ ਭਗਤਾਂ ਦੇ ਸਰੀਰ ਦਾ ਮਾਲਕ ਆਪ ਇਸਤੇਮਾਲ ਕਰਦੀ। ਮਹਾਰਾਜ ਫਰਮਾਉਂਦੇ ਨੇ, ਸੁਨ ਸਹਿਜ ਮੇ ਰਿਹਾ ਸਮਾਏ, ਮਨ ਮਧੇ ਜਾਣੇ ਜੇ ਕੋਏ, ਜੋ ਬੋਲੇ ਸੋ ਆਪੇ ਹੋਏ। ਭਗਤਾਂ ਦੇ ਮੁਖ ਦੇ ਵਿੱਚ ਉਹ ਆਪ ਬੋਲਦਾ, ਦ੍ਰਿਸ਼ਟੀ ਰਾਹੀਂ ਆਪ ਦੇਖਦਾ, ਇਸ ਕਰਕੇ ਫਿਰ ਉਹਨਾਂ ਵਿੱਚ ਆਪ ਹੀ ਵਰਤਦਾ ਹੈ। ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਮਾਲਕ ਵਸਦਾ ਭਗਤਾਂ ਦੀ, ਸਾਧੂਆਂ ਦੀ ਰਸਨਾ ਤੇ। ਫਰਮਾਉਂਦੇ ਨੇ, ਹਰ ਜੀ ਵਸੇ ਸਾਧ ਕੀ ਰਸਨਾ। ਸੋ ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਸਮਝਾਉਂਦੇ ਵੀ ਭਗਤਾਂ ਦੇ ਵਿੱਚ, ਸਾਧੂ ਸੰਤਾਂ ਦੇ ਵਿੱਚ, ਗੁਰਮੁਖਾਂ 'ਚ ਮਾਲਕ ਆਪ ਵਰਤਦੇ। ਕਿਉਂਕਿ ਉਹਨਾਂ ਨੂੰ ਭਗਤੀ ਦਾ ਭੇਤ ਆ ਗਿਆ, ਉਹਨਾਂ ਨੂੰ ਘਰ ਦਾ ਭੇਤ ਆ ਗਿਆ। ਉਹ ਮਾਲਕ ਦਾ ਹੁਕਮ ਮੰਨ ਕੇ ਘਰ ਦੇ ਵਿੱਚ ਬੈਠ ਗਏ ਅਤੇ ਫਿਰ ਉਹਨਾਂ ਦੇ ਸਾਰੇ ਕਾਰਜ ਮਾਲਕ ਆਪ ਸਵਾਰ ਦਿੰਦਾ। ਇਸ ਲਈ ਆਪਾਂ ਨੂੰ ਸਮਝਾਉਂਦੇ ਸੀ, ਜੋ ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸੋ ਭਗਤਾਂ ਨੇ ਉਹ ਥਿਰ ਘਰ ਦੇ ਵਿੱਚ ਵਾਸਾ ਕਰ ਲਿਆ ਅਤੇ ਫਿਰ ਮਾਲਕ ਆਪ ਸਵਾਰਦਾ ਹੈ। ਅੱਗੇ ਸਤਿਗੁਰੂ ਫਰਮਾਉਂਦੇ ਨੇ, ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਇੱਕੋ ਪੁਰਖ ਵਿਦਾਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜੋ ਮਾਇਆ ਦਾ ਮੋਹ ਸੰਸਾਰ ਦੇ ਵਿੱਚ, ਇਹ ਵੀ ਤੇਰੀ ਰਚਨਾ ਹੈ, ਇਹ ਵੀ ਤੂੰ ਹੀ ਪੈਦਾ ਕੀਤਾ ਹੈ, ਕਿਉਂਕਿ ਸਾਰਾ ਕੁਝ ਪੈਦਾ ਕਰਨ ਵਾਲਾ ਤੂੰ ਇੱਕੋ ਹੀ ਹੈ। ਤੂੰ ਹੀ ਸਾਰਿਆਂ ਦੀ ਰਚਨਹਾਰ ਕਰਨ ਵਾਲਾ ਹੈ। ਹਉਮੈ ਮਾਰ ਮਨਸਾ ਮਨੇ ਸਮਾਣੀ, ਗੁਰ ਕੇ ਸ਼ਬਦ ਪਛਾਤਾ। ਗੁਰਮੁਖਾਂ ਨੇ ਹਉਮੈ ਨੂੰ ਮਾਰ ਕੇ ਜੋ ਉਹਨਾਂ ਦੀ ਆਸਾ ਮਨਸਾ ਸੀ, ਉਹਨੂੰ ਖਤਮ ਕਰਕੇ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਦੀ ਪਹਿਚਾਣ ਕਰ ਲਈ, ਸੱਚ ਦੀ, ਨਾਮ ਦੀ ਅਤੇ ਆਪਣੇ ਆਪੇ ਦੀ। ਹਉਮੈ ਦਾ ਅਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ, ਇਹ ਦੋਵੇਂ ਇਕੱਠੇ ਨਹੀਂ ਰਹਿੰਦੇ। ਜਦੋਂ ਸਾਡੇ ਹਿਰਦੇ 'ਚ ਨਾਮ ਵਸ ਜਾਂਦਾ ਹੈ, ਫਿਰ ਇਹ ਹਉਮੈ ਥਾਂ ਛੱਡ ਜਾਂਦੀ ਹੈ। ਮਹਾਰਾਜ ਕਹਿੰਦੇ, ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਈ। ਕਿ ਦੋਵੇਂ ਇੱਕ ਥਾਂ 'ਤੇ ਨਹੀਂ ਵਸਦੇ, ਇਕੱਠੇ ਨਹੀਂ ਰਹਿੰਦੇ। ਇਸ ਕਰਕੇ ਗੁਰਮੁਖਾਂ ਨੇ ਫਿਰ ਉਹ ਹਉਮੈ ਨੂੰ ਬਾਹਰ ਕੱਢ ਦਿੱਤਾ, ਉੱਥੇ ਸ਼ਬਦ ਨੂੰ ਵਸਾ ਲਿਆ। ਜਿਨ੍ਹਾਂ ਦੇ ਫਿਰ ਹਿਰਦੇ 'ਚ ਨਾਮ ਵਸ ਗਿਆ, ਜਿਨ੍ਹਾਂ ਨੂੰ ਨਾਮ ਪਿਆਰਾ ਲੱਗਦਾ, ਫਿਰ ਉਹਨਾਂ ਦੇ ਕਰਮ ਅਚਿੰਤ ਹੀ ਮਾਲਕ ਕਰ ਦਿੰਦਾ। ਮਹਾਰਾਜ ਦੱਸਦੇ, ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰਿ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ, ਉਹਨਾਂ ਦੇ ਕੰਮ ਅਚਿੰਤ ਹੀ ਸਹਿਜ ਸੁਭਾਅ ਹੁੰਦੇ ਜਾਂਦੇ। ਤਾਈਓ ਮਹਾਰਾਜ ਦੱਸਦੇ ਬਈ ਜਿਨ੍ਹਾਂ ਨੇ ਮਾਲਕ ਨੂੰ ਧਿਆਇਆ, ਨਾਮ ਦੇ ਨਾਲ ਜੁੜੇ, ਉਹਨਾਂ ਦੇ ਕਿਸੇ ਕਰਮ 'ਚ ਕੋਈ ਰੁਕਾਵਟ ਨਹੀਂ ਪੈਂਦੀ। ਉਹਨਾਂ ਨੂੰ ਇੱਧਰ ਵੀ ਸੁੱਖ, ਅਤੇ ਜਦੋਂ ਘਰ ਜਾਂਦੇ ਪਰਲੋਕ 'ਚ, ਉੱਥੇ ਵੀ ਮੁੱਖ ਉਹਨਾਂ ਦਾ ਉਜਲ, ਉੱਥੇ ਵੀ ਉਹਨਾਂ ਦਾ ਸਤਿਕਾਰ ਹੈ। ਮਹਾਰਾਜ ਫਰਮਾਉਂਦੇ, ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ, ਦਰਗੇ ਸੱਚ ਖਰੇ। ਕਿ ਉਹਨਾਂ ਨੂੰ ਸਤਿਕਾਰ ਦਰਗਾਹ ਦੇ ਵਿੱਚ ਵੀ, ਉਹਨਾਂ ਦੇ ਕਾਰਜ 'ਚ ਕਿਸੇ 'ਚ ਕੋਈ ਰੁਕਾਵਟ ਨਹੀਂ ਪੈਂਦੀ। ਤਾਈਓ ਮਹਾਰਾਜ ਦੱਸਦੇ ਅੱਗੇ, ਕਹਿੰਦੇ, ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ।
ਗੁਰੂ ਦੀ ਕਿਰਪਾ ਦੁਆਰਾ ਮਨ ਦੇ ਵਿੱਚ ਸ਼ਬਦ ਵਸ ਗਿਆ, ਨਾਮ ਵਸ ਗਿਆ, ਤੇ ਫਿਰ ਸਾਡੇ ਜਿਹੜੇ ਸਾਰੇ ਕਾਰਜ ਉਹ ਮਾਲਕ ਸਵਾਰਨਹਾਰ ਹੈ। ਇਸ ਵਾਸਤੇ ਫਿਰ ਕਿਸੇ ਵੀ ਕਰਮ ਦੇ ਵਿੱਚ ਕੋਈ ਵਿਘਨ ਨਹੀਂ ਪੈਂਦਾ, ਕੋਈ ਰੁਕਾਵਟ ਨਹੀਂ ਪੈਂਦੀ। ਮਹਾਰਾਜ ਕਹਿੰਦੇ ਪ੍ਰਭ ਸਿਮਰਤ ਕਿਛ ਵਿਘਨ ਨਾ ਲਾਗੇ। ਇਹੋ ਆਪਾਂ ਨੂੰ ਕਹਿ ਰਹੇ ਸੀ ਵੀ ਤੁਸੀਂ ਜੇ ਘਰ ਬੈਠ ਜਾਓ, ਹੁਕਮ 'ਚ ਆ ਜਾਓ, ਤੁਹਾਡੇ ਸਾਰੇ ਕਾਰਜ ਮੈਂ ਸਵਾਰ ਦਾਂਗਾ, ਤੁਹਾਡੀ ਇੱਜ਼ਤ ਪੱਤ ਵੀ ਰੱਖ ਲਾਂਗਾ, ਇਹਨਾਂ ਦੂਤਾਂ ਨੂੰ ਵੀ ਮਾਰ ਦਾਂਗਾ। ਜੋ ਮਹਾਰਾਜ ਆਪਾਂ ਨੂੰ ਕਹਿ ਰਹੇ ਸੀ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। ਕਿ ਜੇ ਅਸੀਂ ਘਰੇ ਬੈਠ ਜਾਈਏ ਤੇ ਸਾਡੀ ਉਹ ਇੱਜ਼ਤ ਪੱਤ ਵੀ ਰੱਖ ਲੈਂਦਾ ਹੈ। ਸੋ ਇਸੇ ਤਰ੍ਹਾਂ ਹੀ ਫਿਰ ਜਿਹੜਾ ਕਾਰਜ ਉਹ ਵੀ ਸਾਡਾ ਸਵਰ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਜਿਹੜੇ ਫਿਰ ਗੁਰਮੁਖ ਘਰ ਬੈਠ ਗਏ, ਜਿਹੜੇ ਨਾਮ ਦੇ ਨਾਲ ਜੁੜ ਗਏ, ਉਹਨਾਂ ਦੀ ਕੋਈ ਰੀਸ ਮਨਮੁਖ ਨਹੀਂ ਕਰ ਸਕਦਾ। ਮਹਾਰਾਜ ਦੱਸਦੇ ਉਹਨਾਂ ਕੀ ਰੀਸ ਕਰੇ ਸੋ ਬਿਗੂਚੇ, ਜਿਨ ਹਰ ਪ੍ਰਭ ਹੈ ਰਖਵਾਰਾ। ਬਈ ਉਹਨਾਂ ਦੀ ਜੇ ਰੀਸ ਕਰੀਏ, ਜੇ ਉਹਨਾਂ ਦੀ ਬਰਾਬਰੀ ਕਰੀਏ ਗੁਰਮੁਖਾਂ ਦੀ, ਤੇ ਫਿਰ ਮਹਾਰਾਜ ਕਹਿੰਦੇ ਬਈ ਅਸੀਂ ਖਵਾਰ ਹੁੰਦੇ ਹਾਂ, ਸਾਨੂੰ ਫਿਰ ਵਾਪਸ ਹੀ ਜਾਣਾ ਪੈਂਦਾ ਕਾਰਾਂ ਦੇ ਵਿੱਚ। ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਬਈ ਜਿਨ੍ਹਾਂ ਦਾ ਰਖਵਾਲਾ ਮਾਲਕ ਆਪ ਹੋ ਗਿਆ, ਜਿਨ੍ਹਾਂ ਦੇ ਵੱਲੋਂ ਆਪ ਹੋ ਗਿਆ, ਉਹਨਾਂ ਦੇ ਕਿਸੇ ਵੀ ਕਾਰਜ ਦੇ ਵਿੱਚ ਕੋਈ ਵਿਘਨ ਹੈ ਜਿਹੜਾ, ਕੋਈ ਰੁਕਾਵਟ ਉਹ ਪੈਂਦੀ ਨਹੀਂ ਹੈ। ਤਾਂਹੀਓ ਮਹਾਰਾਜ ਸੱਚੇ ਪਾਤਸ਼ਾਹ ਫਿਰ ਦੱਸਦੇ ਆਪਾਂ ਨੂੰ ਵੀ ਜਿਨ੍ਹਾਂ ਦਾ ਰਖਵਾਲਾ ਉਹ ਆਪ ਹੈ, ਤੇ ਭਗਤਾਂ ਦਾ ਸਦਾ ਹੀ ਉਹ ਰਖਵਾਲਾ, ਸਦਾ ਹੀ ਉਹਨਾਂ ਦੀ ਮਾਲਕ ਰੱਖਦਾ ਹੁੰਦਾ ਹੈ। ਅੱਗੇ ਸਤਿਗੁਰੂ ਆਪਾਂ ਨੂੰ ਉਪਦੇਸ਼ ਕਰ ਰਹੇ, ਬੈਨ ਸਤਿਗੁਰ ਸੇਵੇ ਕਿਨੇ ਨਾ ਪਾਇਆ, ਮਨਮੁਖ ਭੌਂਕ ਮੂਏ ਬਿਲ ਲਾਈ। ਸਤਿਗੁਰ ਨੂੰ ਸੇਵਨ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ ਕਿਸੇ ਨੇ ਵੀ ਉਸ ਨੂੰ ਪਾਇਆ ਨਹੀਂ ਹੈ, ਗੁਰੂ ਦੀ ਮੱਤ ਤੋਂ ਬਿਨਾਂ। ਇਸ ਕਰਕੇ ਜੋ ਮਨਮੁਖ ਨੇ ਉਹ ਸੰਸਾਰ ਦੇ ਵਿੱਚ ਵਿਅਰਥ ਹੀ ਬੋਲ ਬੋਲ ਕੇ ਆਪਦਾ ਜਿਹੜਾ ਜੀਵਨ ਹੈ ਉਹ ਵਿਅਰਥ ਖਰਾਬ ਕਰ ਰਹੇ ਨੇ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਵੀ ਅਸੀਂ ਉਹ ਬੋਲਣਾ ਜਿਹੜਾ ਬੋਲਣਾ ਦੇ ਨਾਲ ਸਾਡੀ ਇੱਜ਼ਤ ਪੱਤ ਰਵੇ, ਸਾਨੂੰ ਦਰਗਾਹ 'ਚ ਮਾਣ ਮਿਲੇ। ਜਿਤ ਬੋਲਿਆ ਪਤ ਪਾਈਏ, ਸੋ ਬੋਲਿਆ ਪ੍ਰਵਾਨ। ਸੋ ਆਪਾਂ ਨੂੰ ਕਹਿੰਦੇ ਵੀ ਇੱਕ ਤਾਂ ਬੋਲਣ ਨਾਲ ਸਾਡੀ ਇੱਜ਼ਤ ਪੱਤ ਰਹਿੰਦੀ, ਇੱਕ ਉਹ ਬੋਲਦੇ ਮਨਮੁਖ ਜਿਹੜੇ ਅਜਾਈ ਵਿਅਰਥ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈ, ਫਿੱਕਾ ਬੋਲਣਾ। ਜਦੋਂ ਫਿੱਕਾ ਬੋਲਦੇ, ਮਨ ਵੀ ਫਿੱਕਾ, ਤਨ ਵੀ ਫਿੱਕਾ, ਤੇ ਉਹਨਾਂ ਨੂੰ ਸਜ਼ਾ ਮਿਲਦੀ ਹੈ। ਇਸ ਲਈ ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲੇ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਜੀਏ, ਫਿੱਕੋ ਫਿੱਕੀ ਸੋਏ, ਫਿੱਕਾ ਦਰਗੇ ਸਟੀਏ, ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਈ ਸਜਾਏ। ਇਹ ਤਾਂ ਹੈ ਮਨਮੁਖਾਂ ਦਾ ਬੋਲਣਾ ਜਿਹਦੇ ਨਾਲ ਸਜ਼ਾ ਮਿਲਦੀ। ਸੋ ਇਸ ਕਰਕੇ ਫਿਰ ਉਹ ਫਿੱਕਾ ਬੋਲਦੇ ਕਰਕੇ ਹੀ ਉਹਨਾਂ ਦਾ ਆਉਣ ਜਾਣ ਜਿਹੜਾ ਉਹ ਸਦਾ ਬਣਿਆ ਹੀ ਰਹਿੰਦਾ ਹੈ। ਮਹਾਰਾਜ ਕਹਿੰਦੇ ਆਵੇ ਜਾਵੇ ਠੌਰ ਨਾ ਪਾਵੇ, ਦੁੱਖ ਮੇ ਦੁੱਖ ਸਮਾਈ। ਮਨਮੁਖ ਸਦਾ ਹੀ ਦੁੱਖਾਂ ਦੇ ਵਿੱਚ ਰਹਿੰਦਾ, ਸਦਾ ਉਹਦਾ ਆਉਣ ਜਾਣ ਬਣਿਆ ਰਹਿੰਦਾ, ਸਦਾ ਹੀ ਉਹ ਜੂਨਾਂ ਦੇ ਵਿੱਚ ਵਾਰ-ਵਾਰ ਆਉਂਦਾ ਜਾਂਦਾ ਰਹਿੰਦਾ। ਤੇ ਜਿਹੜੇ ਗੁਰਮੁਖ ਨੇ ਉਹ ਅੰਮ੍ਰਿਤ ਪੀਂਦੇ ਸਹਿਜ ਦੇ ਵਿੱਚ, ਤੇ ਉਹ ਸਦਾ ਵਾਸਤੇ ਅਮਰ ਹੋ ਜਾਂਦੇ। ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾਚ ਸਮਾਈ। ਜਿਹੜੇ ਗੁਰਮੁਖ ਨੇ ਉਹਨਾਂ ਨੇ ਅੰਮ੍ਰਿਤ ਪੀਤਾ, ਅੰਦਰੋਂ ਨਾਮ ਦੇ ਨਾਲ ਜੁੜ ਕੇ ਅੰਮ੍ਰਿਤ ਰਸ। ਜਿਹੜਾ ਮਨਮੁਖ ਹੈ ਉਹ ਬਿਖ ਖਾਂਦਾ, ਉਹ ਜ਼ਹਿਰ ਖਾਂਦਾ ਹੈ। ਇਸ ਕਰਕੇ ਫਿਰ ਗੁਰਮੁਖਾਂ ਨੇ
ਅੰਮ੍ਰਿਤ ਰਸ ਦੀ ਪ੍ਰਾਪਤੀ ਕਰ ਲਈ ਅੰਦਰੋਂ ਤੇ ਅਮਰ ਹੋ ਗਏ। ਅੰਮ੍ਰਿਤ ਪੀਵੈ ਅੰਮ੍ਰਿਤ ਹੋਵੇ, ਸਹਿਜ ਦੇ ਵਿੱਚ ਸਦਾ ਸਮਾਏ ਰਹਿੰਦੇ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ, ਬਿਨ ਸਤਿਗੁਰ ਸੇਵੇ ਜਨਮ ਨ ਛੋੜੈ, ਜੇ ਅਨੇਕ ਕਰਮ ਕਰੇ ਅਧਿਕਾਈ। ਸਤਿਗੁਰ ਦੀ ਸੇਵਾ ਤੋਂ ਬਿਨਾਂ, ਸਤਿਗੁਰ ਦੀ ਸੇਵਾ ਲੱਗਿਆਂ ਤੋਂ ਬਿਨਾਂ ਚਾਹੇ ਅਸੀਂ ਹੋਰ ਅਨੇਕਾਂ ਸੰਸਾਰ ਦੇ ਕਰਮ ਕਰ ਲਈਏ ਮਿੱਥੇ ਹੋਏ, ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ ਜਦ ਤੱਕ ਅਸੀਂ ਨਾਮ ਦੇ ਨਾਲ, ਸੱਚ ਦੇ ਨਾਲ ਜੁੜਦੇ ਨਹੀਂ। ਇਸ ਵਾਸਤੇ ਫਿਰ ਜਦ ਤੱਕ ਜੀਵ ਸੱਚ ਤੇ ਨਾਮ ਦੇ ਨਾਲ ਨਹੀਂ ਜੁੜਦਾ, ਉਹ ਚਤਰ ਬੁੱਧੀ ਵਾਲਾ ਤਾਂ ਬਣ ਜਾਂਦਾ ਹੈ, ਉਹ ਵਿਦਵਾਨ ਤਾਂ ਬਣ ਜਾਂਦਾ ਹੈ। ਵਿਦਵਾਨ ਬਣਨ ਦੇ ਨਾਲ ਉਹਦੇ ਅੰਦਰ ਹੋਰ ਹਉਮੈ ਹੰਕਾਰ ਆ ਜਾਂਦਾ ਹੈ, ਪਰ ਉਹ ਮਾਲਕ ਨੂੰ ਨਹੀਂ ਮਿਲ ਸਕਦਾ, ਫਿਰ ਉਹ ਵਾਦ ਵਿਵਾਦ 'ਚ ਪੈ ਜਾਂਦਾ ਹੈ। ਮਹਾਰਾਜ ਦੱਸਦੇ, ਕਹਿੰਦੇ ਵੇਦ ਪੜ੍ਹੇ ਤੇ ਵਾਦ ਵਖਾਣੇ, ਬਿਨ ਹਰ ਪਤ ਗਵਾਈ। ਵੇਦਾਂ ਨੂੰ ਵੀ ਪੜ੍ਹਦਾ ਹੈ, ਗੁਰਬਾਣੀ ਵੀ ਪੜ੍ਹਦਾ ਹੈ, ਪਰ ਪੜ੍ਹ ਕੇ ਫਿਰ ਬਹਿਸ ਵੀ ਕਰਦਾ ਹੈ ਦੂਸਰਿਆਂ ਨੂੰ ਨੀਵਾਂ ਦਿਖਾਉਣ ਵਾਸਤੇ। ਸਮਝਦਾ ਜਿੰਨਾ ਮੈਨੂੰ ਗਿਆਨ ਹੈ ਉਹਨਾਂ ਕਿਸੇ ਨੂੰ ਗਿਆਨ ਨਹੀਂ ਹੈ। ਸੋ ਇਸ ਵਾਸਤੇ ਫਿਰ ਜੀਵ ਚਤਰ ਬੁੱਧੀ ਵਾਲਾ ਬਣ ਜਾਂਦਾ ਹੈ, ਤੇ ਜਿਹਦੇ ਨਾਲ ਫਿਰ ਉਹ ਬਾਹਰੀ ਭੇਖਤਾ ਕਰ ਲੈਂਦਾ ਹੈ, ਪਰ ਅੰਦਰੋਂ ਸ਼ਬਦ ਨੂੰ ਨਹੀਂ ਚੀਨਦਾ, ਨਾਮ ਨੂੰ ਨਾ ਬੁੱਝਣ ਕਰਕੇ ਫਿਰ ਉਹ ਵਾਪਸ ਵਾਰ-ਵਾਰ ਜੂਨਾਂ 'ਚ ਜਾਂਦਾ ਹੈ। ਮਹਾਰਾਜ ਕਹਿੰਦੇ ਬਾਹਰ ਭੇਖ ਬਹੁਤ ਚਤਰਾਈ, ਮਨੁਆ ਦੇ ਦਿਸ ਧਾਵੈ, ਹਉਮੈ ਵਿਆਪਿਆ ਸ਼ਬਦ ਨ ਚੀਨੇ, ਫਿਰ ਜੂਨੀ ਆਵੇ। ਹਉਮੈ ਦਾ ਮਾਰਿਆ ਹੋਇਆ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਨੂੰ ਚੀਨਦਾ ਹੀ ਨਹੀਂ, ਸ਼ਬਦ ਗੁਰੂ ਦਾ ਭੇਤ ਕੋਈ ਨਹੀਂ। ਇਸ ਕਰਕੇ ਫਿਰ ਵਾਪਸ ਵਾਰ-ਵਾਰ ਉਹ ਆਉਂਦਾ ਜਾਂਦਾ ਰਹਿੰਦਾ, ਕਹਿੰਦੇ ਮਨਮੁਖ ਹੈ। ਸਤਿਗੁਰੂ ਅੱਗੇ ਦੱਸਦੇ, ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟੇ ਗੁਰ ਸ਼ਰਨਾਈ। ਸੱਚੇ ਪਾਤਸ਼ਾਹ ਕਹਿੰਦੇ ਉਹ ਸੱਚਾ ਸਤਿਗੁਰੂ ਮਾਲਕ ਆਪ, ਉਹ ਆਪ ਸੱਚਾ ਤੇ ਉਹਨਾਂ ਦੀ ਬਾਣੀ ਵੀ ਸੱਚੀ। ਉਹਨਾਂ ਦੇ ਮੁਖ ਦੇ ਵਿੱਚੋਂ ਜੋ ਨਾਮ ਨਾਦ ਪ੍ਰਗਟ ਹੋ ਰਿਹਾ ਹੈ, ਉਹਨਾਂ ਨੂੰ ਸੱਚੀ ਬਾਣੀ ਵੀ ਆਖਿਆ, ਜਿਹਨੂੰ ਧੁਰ ਕੀ ਬਾਣੀ ਵੀ ਆਖਿਆ ਹੈ, ਜੋ ਮਾਲਕ ਦੇ ਮੁਖ ਦੇ ਵਿੱਚੋਂ ਪ੍ਰਗਟ ਹੋ ਰਹੀ ਹੈ। ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਾਂ, ਫਿਰ ਸਾਨੂੰ ਉਸ ਬਾਣੀ ਦੇ ਨਾਲ ਜੋੜ ਦਿੰਦੇ ਨੇ। ਇਸ ਲਈ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਵੀ ਜਦੋਂ ਅਸੀਂ ਉਹਨਾਂ ਦਾ ਬਚਨ ਮੰਨਾਂਗੇ, ਫਿਰ ਉਹ ਸਾਨੂੰ ਉਹ ਸ਼ਬਦ ਗੁਰੂ ਨਾਮ ਦੇ ਨਾਲ ਜੋੜ ਦੇਣਗੇ। ਮਹਾਰਾਜ ਫਰਮਾਉਂਦੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਇਸ ਤਰ੍ਹਾਂ ਫਿਰ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦਾ ਬਚਨ ਕਮਾਉਂਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਅਸੀਂ ਉਸ ਨਾਮ ਦੇ ਨਾਲ ਜੁੜਦੇ ਹਾਂ, ਜਿਸ ਨੂੰ ਮਹਾਰਾਜ ਕਹਿੰਦੇ ਨੇ ਧੁਰ ਕੀ ਬਾਣੀ ਆਈ, ਤੈਨੂੰ ਸਗਲੀ ਚਿੰਤ ਮਟਾਈ। ਵੀ ਜਦੋਂ ਅਸੀਂ ਉਹਨੂੰ ਸੁਣਾਂਗੇ, ਸਾਡੀ ਚਿੰਤਾ, ਸਾਡੇ ਫਿਕਰ ਸਾਰੇ ਮੁੱਕ ਜਾਂਦੇ ਨੇ। ਅੱਗੇ ਮਹਾਰਾਜ ਦੱਸਦੇ, ਜਿਨ ਹਰ ਮਨ ਵਸਿਆ, ਸੇ ਦਰ ਸਾਚੇ ਸਚਿਆਰਾ। ਫਿਰ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਸੱਚੀ ਬਾਣੀ ਨਾਮ ਵਸ ਗਿਆ, ਉਹ ਮਾਲਕ ਦੇ ਦਰ ਦੇ ਉੱਤੇ ਸਚਿਆਰ ਹੋ ਜਾਂਦੇ, ਉਹ ਸੁੱਚੇ ਹੋ ਜਾਂਦੇ ਨੇ। ਜਿਵੇਂ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਸਮਝਾਉਂਦੇ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਸੋ ਆਪਾਂ ਨੂੰ ਫਿਰ ਦੱਸ ਦਿੱਤਾ ਵੀ ਸਚਿਆਰ ਕੌਣ ਨੇ, ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ, ਜਿਹੜੇ ਹੁਕਮ ਦੇ ਦਾਇਰੇ ਵਿੱਚ ਆ ਗਏ, ਜਿਹੜੇ ਉਹਦੀ ਰਜਾ ਵਿੱਚ, ਰਜਾ ਕੀ ਮਾਲਕ ਦੀ ਹੁਕਮ ਨਾਮ। ਅੱਜੋਂ ਮਾਰੇ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਵੀ ਜਿਹੜੇ ਹੁਕਮ 'ਚ ਆ ਗਏ ਉਹ ਸਚਿਆਰ ਹੋ ਕੇ, ਤੇ ਉਹਨਾਂ ਸਚਿਆਰਿਆਂ ਦੀ, ਗੁਰਮੁਖਾਂ ਦੀ, ਭਗਤਾਂ ਦੀ ਸੋਭਾ ਫਿਰ ਹਰ ਇੱਕ ਯੁੱਗ ਦੇ ਵਿੱਚ ਹੁੰਦੀ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਗੁਰਮੁਖਾਂ ਦੀ, ਐਸੇ ਭਗਤਾਂ ਦੀ ਸੋਭਾ ਵਡਿਆਈ ਹੈ,
ਤਾਈਓ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ, ਪ੍ਰਗਟ ਭਈ ਸਗਲੇ ਜਗਾਂਤਰ ਗੁਰੂ ਨਾਨਕ ਕੀ ਵਡਿਆਈ। ਕਿਉਂ ਵਡਿਆਈ ਉਹਨਾਂ ਦੀ? ਕਿਉਂਕਿ ਉਹ ਨਾਮ ਦੇ ਨਾਲ ਜੁੜੇ, ਸੱਚ ਦੇ ਨਾਲ ਜੁੜੇ, ਮਾਲਕ ਦੇ ਵਿੱਚ ਅਭੇਦ ਹੋਏ ਨੇ। ਸੋ ਮਹਾਰਾਜ ਫਿਰ ਦੱਸਦੇ, ਨਾਨਕ ਤਿੰਨ ਕੇ ਸਦ ਬਲਿਹਾਰੇ, ਜਿਨ ਹਰ ਰਾਖਿਆ ਉਰ ਧਾਰਾ। ਮਹਾਰਾਜ ਕਹਿੰਦੇ ਐਸੇ ਗੁਰਮੁਖਾਂ ਦੇ ਅਸੀਂ ਵੀ ਸਦਾ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦੇ ਵਿੱਚ, ਮਨ ਦੇ ਵਿੱਚ ਧਾਰਨ ਕੀਤਾ ਨਾਮ ਨੂੰ, ਸੱਚ ਨੂੰ। ਜਿਨ੍ਹਾਂ ਦੇ ਹਿਰਦੇ 'ਚ ਸੱਚ ਨਾਮ ਵਸ ਗਿਆ, ਉਹਨਾਂ 'ਤੇ ਅਸੀਂ ਬਲਿਹਾਰ ਜਾਂਦੇ ਹਾਂ, ਉਹਨਾਂ 'ਤੇ ਅਸੀਂ ਸਦਕੇ ਜਾਂਦੇ ਹਾਂ। ਸੋ ਇਸ ਵਾਸਤੇ ਹੁਣ ਸਤਿਗੁਰੂ ਆਪਾਂ ਨੂੰ ਸਾਰੀ ਮਹਿਮਾ, ਸਾਰੀ ਵਡਿਆਈ ਇਹ ਨਾਮ ਦੀ ਦੱਸਦੇ ਨੇ। ਸੋ ਇਸ ਵਾਸਤੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਵੀ ਜਿਸ ਨਾਮ ਦੀ ਵਡਿਆਈ ਸਾਡੇ ਗੁਰੂ ਸਾਹਿਬ ਕਰ ਰਹੇ, ਭਗਤ ਜਨ ਕਰ ਰਹੇ, ਜਿਸ ਦੇ ਨਾਲ ਉਹ ਆਪ ਜੁੜੇ ਨੇ, ਆਪਾਂ ਨੂੰ ਵੀ ਕਹਿੰਦੇ ਵੀ ਤੁਸੀਂ ਵੀ ਉਹ ਸੱਚ ਤੇ ਨਾਮ ਦੇ ਨਾਲ ਜੁੜੋ। ਸੋ ਇਸ ਵਾਸਤੇ ਹੁਣ ਆਪਾਂ ਵੱਧ ਤੋਂ ਵੱਧ ਇਹ ਅਭਿਆਸ ਕਰਨ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਆਪਾਂ ਇਹ ਸਤ ਸੰਗਤ ਕਰਨੀ ਹੈ, ਤਾਂ ਕਿ ਜੋ ਉਪਦੇਸ਼ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਉਹ ਸਾਡੇ ਮਨਾਂ ਦੇ ਵਿੱਚ ਵਸ ਜਾਵੇ, ਸਾਨੂੰ ਸਮਝ ਆ ਜਾਵੇ। ਸੋ ਇਹੋ ਉਪਦੇਸ਼ ਆਪਾਂ ਨੂੰ ਫਿਰ ਵਾਰ-ਵਾਰ ਗੁਰਮੁਖਾਂ ਨੇ ਦ੍ਰਿੜ ਕਰਾਇਆ। ਗੁਰਬਾਣੀ ਗੁਰੂ ਦਾ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਸਾਨੂੰ ਸਤਿਗੁਰੂ ਉਪਦੇਸ਼ ਦੇ ਰਹੇ, ਜੇ ਅਸੀਂ ਉਸ ਉਪਦੇਸ਼ ਨੂੰ ਮੰਨ ਕੇ ਆਪਣੇ ਹਿਰਦੇ 'ਚ ਵਸਾ ਲਾਂਗੇ ਤੇ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਏਗਾ। ਤਾਈਓ ਫਿਰ ਸਾਡਾ ਜੀਵਨ, ਜਿਨ੍ਹਾਂ ਨੇ ਇਹ ਉਪਦੇਸ਼ ਨੂੰ ਹਿਰਦੇ 'ਚ ਵਸਾਇਆ, ਉਹਨਾਂ ਦਾ ਤਾਂ ਸਫਲ ਹੁੰਦਾ ਹੀ ਹੁੰਦਾ। ਜਿਹੜੇ ਉਹਨਾਂ ਗੁਰਮੁਖਾਂ ਦਾ ਸੰਗ ਕਰਦੇ, ਉਹਨਾਂ ਦਾ ਵੀ ਸਫਲ ਹੋ ਜਾਂਦਾ ਹੈ। ਮਹਾਰਾਜ ਫਰਮਾਉਂਦੇ, ਸਫਲ ਜੀਵਨ ਸਫਲ ਤਾਂ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੇ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ। ਪ੍ਰਗਟੇ ਗੋਪਾਲ ਮਹਾਤ ਕੇ ਮਾਥੇ, ਨਾਨਕ ਉਧਰੇ ਤਿੰਨ ਕੇ ਸਾਥੀ। ਐਸੇ ਗੁਰਮੁਖਾਂ ਦਾ ਸਾਥ, ਉਹਨਾਂ ਦਾ ਸੰਗ ਕਰਕੇ ਅਸੀਂ ਵੀ ਇਹ ਮਾਇਆ ਤੋਂ ਉੱਪਰ ਉੱਠ ਸਕਦੇ ਹਾਂ, ਆਪਾਂ ਵੀ ਮਾਲਕ ਨੂੰ ਮਿਲ ਸਕਦੇ ਹਾਂ। ਸੋ ਇਸ ਲਈ ਆਪਾਂ ਫਿਰ ਇਹ ਵੱਧ ਤੋਂ ਵੱਧ ਸਤ ਸੰਗਤ ਕਰਨੀ ਹੈ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ